ਸਟੈਂਡ ਹੋਊਗਾ ਕਿਉਂਕਿ ਪੰਜਾਬ ਦੇ ਵਿੱਚ ਵੀ ਬਿਜਲੀ ਦਾ ਮੁੱਦਾ ਇੱਕ ਬੜਾ ਚਰਚਿਤ ਮੁੱਦਾ ਹੈਗਾ। ਪੰਜਾਬ ਦੇ ਵਿੱਚ ਬਿਜਲੀ ਦੇ ਮੁੱਦੇ ਨੂੰ ਲੈ ਕੇ ਸਰਕਾਰ ਤੁਹਾਨੂੰ ਵੀ ਜਿਹੜੇ ਹੈਗੇ ਘੇਰਦੇ ਹੋਏ ਨਜ਼ਰ ਆਉਂਦੇ ਨੇ ਕਿ ਮਹਿੰਗੇ ਬਿੱਲ ਆਉਂਦੇ ਨੇ। ਜੇਕਰ ਸੁਧਾਰਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਕਿਹੋ ਜਿਹਾ ਤੁਹਾਡਾ ਸਟੈਂਡ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਸਟੈਂਡ ਤਾਂ ਬਿਲਕੁਲ ਸਪਸ਼ਟ ਹੈ। ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਇਸਦੀ ਵਿਰੋਧ ਪਹਿਲਾਂ ਵੀ ਕੀਤਾ ਹੈ, ਹੁਣ ਵੀ ਵਿਰੋਧ ਅਸੀਂ ਇਹਦਾ ਕਰਾਂਗੇ। ਪਰ ਆਪਣੀ ਜਿਹੜੀ ਇਹਨਾਂ ਕੋਲ ਪਾਰਲੀਮੈਂਟਰੀ ਜਿਹੜੀ ਲੋਕਾਂ ਦੀ ਤਾਕਤ ਉਹਨੂੰ ਇਸਤੇਮਾਲ ਮੋਦੀ ਸਾਹਿਬ ਦੀ ਸਰਕਾਰ ਲੋਕਾਂ ਦੇ ਖਿਲਾਫ ਕਰ ਰਹੀ ਹੈ। ਐਸਜੀਪੀਸੀ ਦੇ ਵੱਲੋਂ ਜਾਖੜ ਸਾਹਿਬ ਮਤਾ ਪਵਾਇਆ ਗਿਆ, ਆਰਐਸਐਸ ਦੇ ਖਿਲਾਫ ਵੀ ਹੋਇਆ ਤੇ ਜੋ ਬੈਬਲ ਕਲਾ ਬਰਗਾੜੀ ਦੇ ਵਿੱਚ ਹੋਇਆ ਉਸ ਦੇ ਖਿਲਾਫ ਇਹਨਾਂ ਨੇ ਮਤਾ ਪਵਾਇਆ ਹੈਗਾ। ਕੀ ਲੱਗਦਾ 2022 ਦੇ ਸੰਦਰਭ ਦੇ ਵਿੱਚ ਇਹ ਵੀ ਮਤੇ ਜਿਹੜੇ ਹੈਗੇ ਪਵਾਉਣੇ ਸ਼ੁਰੂ ਕਰ ਦਿੱਤੇ? ਉਹਨਾਂ ਨੂੰ ਅੱਜ 6 ਸਾਲ ਦੇ ਬਾਅਦ ਬਰਗਾੜੀ ਯਾਦ ਆਇਆ ਤੇ ਮੈਂ ਤਾਂ ਪੁੱਛਣਾ ਚਾਹੂੰਗਾ ਵੀ ਇਹ ਜਿਹੜੇ ਲੋਕ ਅੱਜ ਫਰਮਾਨ ਕੱਢ ਰਹੇ ਆ ਕਿ ਇਹ ਵੀ ਉਸ ਜਦੋਂ ਗੁਪਤ ਮਾਫੀ ਮੰਗ ਕੇ ਆਏ ਅਕਾਲ ਤਖਤ ਸਾਹਿਬ ਸੇ ਤੇ ਨਾਲ ਸੀਗੇ ਕਿ ਬਾਦਲ ਸਾਹਿਬ ਦੇ, ਉਦੋਂ ਕਿਉਂ ਨਹੀਂ ਕਿਹਾ ਵੀ ਅਸੀਂ ਇਸ ਗੱਲ ਦੀ ਮਾਫੀ ਮੰਗਣ ਆਏ ਹਾਂ? ਉਦੋਂ ਤਾਂ ਕਹਿੰਦੇ ਅਸੀਂ ਗੁਪਤ ਮਾਫੀ ਮੰਗ ਕੇ ਆਏ। ਦੇਖੋ ਗੁਪਤ ਦਾ ਇੱਥੇ ਕੋਈ ਮਾਫੀ ਗੁਪਤ ਹੈ ਨਹੀਂ ਸਾਹਿਬ। ਲੋਕਾਂ ਨੇ ਮਨ ਬਣਾ ਰੱਖਿਆ, ਲੋਕਾਂ ਨੇ ਗੁਰੂ ਮਹਾਰਾਜ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ, ਜਿਨ੍ਹਾਂ ਨੇ ਨਿਹੱਥੇ ਸਿੰਘ ਮਰਵਾਏ ਹੈ, ਜਿਹੜੇ ਜਨਰਲ ਡਾਇਰ ਹੈ ਉਹਨਾਂ ਨੂੰ ਬਖਸ਼ਦੇ ਨਹੀਂ ਸਾਹਿਬ। ਇੱਕ ਤਰੀਕੇ ਦੀ ਜਿਹੜੀ ਨਫ਼ਰਤ ਹੈਗੀ ਆ ਉਹ ਦਿਖਾਈ ਜਾ ਰਹੀ ਹੈਗੀ ਹੈ। ਗੁੱਸਾ ਜਿਹੜਾ ਹੈਗਾ ਉਹ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਜਲੀ ਸੋਧ ਬਿੱਲ ਨੂੰ ਲੈ ਕੇ ਆਉਣ ਦੀ ਗੱਲ ਕਰ ਘਾਇਲ ਸ਼ੇਰ ਜਿਹੜਾ ਕਿਸਾਨ ਹੈ ਉਹਨੂੰ ਉਕਸਾ ਕੇ ਵੀ ਉਹ ਕੋਈ ਕਦਮ ਚੱਕੂਗਾ ਤੇ ਉਹਦੇ ਨਾਲ ਇਹਨੂੰ ਬਦਨਾਮ ਕਰਕੇ ਸਾਰੇ ਜਿਹੜੀ ਮੁਹਿੰਮ ਹੈ ਸੰਘਰਸ਼ ਹੈ ਉਹਨੂੰ ਬਦਨਾਮ ਕਰ ਦਿਆਂਗੇ। ਕਿਸਾਨਾਂ ਨੂੰ ਬਿਠਾਣ, ਸਰਕਾਰ ਨੂੰ ਬਿਠਾਣ, ਸਰਕਾਰ ਆਪਣਾ ਪੱਖ ਰੱਖੇ, ਕਿਸਾਨ ਆਪਣਾ ਪੱਖ ਰੱਖੇ, ਸਰਕਾਰ ਕੇਂਦਰ ਦੀ ਆਪਣਾ ਪੱਖ ਰੱਖੇ, ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ। ਤੁਗਲਕੀ ਫਰਮਾਨ ਲੋਕਤੰਤਰ ਦੇ ਅੰਦਰ ਨਹੀਂ ਚੱਲ ਸਕਦੇ। ਇੱਕ ਪਾਸੇ ਕਿਸਾਨਾਂ ਦਾ ਤੇ ਕੇਂਦਰ ਦੀ ਸਰਕਾਰ ਦੇ ਵਿਚਕਾਰ ਡੈਡਲੌਕ ਬਣਿਆ ਹੋਇਆ ਹੈ, ਪਰ ਉੱਥੇ ਹੀ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਉੱਤੇ ਕੇਂਦਰ ਸਰਕਾਰ ਦੇ ਵੱਲੋਂ ਆਏ ਦਿਨ ਕੋਈ ਨਾ ਕੋਈ ਨਵਾਂ ਫਰਮਾਨ ਜਾਰੀ ਕੀਤਾ ਜਾ ਰਿਹਾ ਹੈ, ਕੋਈ ਨਾ ਕੋਈ ਅੱਖਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਹਾਲ ਹੀ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ FCI ਦਾ ਫਰਮਾਨ ਜਾਰੀ ਕੀਤਾ ਗਿਆ। ਉਸ ਤੋਂ ਬਾਅਦ ਚਿੱਠੀ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਲੇਬਰ ਨੇ ਉਹਨਾਂ ਨੂੰ ਬੰਦਕ ਬਣਾ ਕੇ ਪੰਜਾਬ ਦੇ ਵਿੱਚ ਕੰਮ ਕਰਵਾਇਆ ਜਾ ਰਿਹਾ ਹੈ। ਤੇ ਫਿਰ ਹੁਣ ਬਿਜਲੀ ਸੋਧ ਦੀ ਵੀ ਚਰਚਾਵਾਂ ਜਿਹੜੀਆਂ ਹੈਗੀਆਂ ਨੇ ਉਹ ਉੱਡਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪੰਜਾਬ ਦੇ ਵਿੱਚ ਹੁਣ ਕੀ ਸਥਿਤੀ ਹੈਗੀ ਹੈ ਤੇ ਪੰਜਾਬ ਸਰਕਾਰ ਇਸ ਦੇ ਉੱਤੇ ਕੀ ਕਦਮ ਚੱਕਣ ਜਾ ਰਹੀ ਹੈ? ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੀਨੀਅਰ ਲੀਡਰ ਸੁਨੀਲ ਕੁਮਾਰ ਜਾਖੜ ਹੋਣੀ ਮੌਜੂਦ ਨੇ। ਜਾਖੜ ਸਾਹਿਬ, ਲਗਾਤਾਰ ਇਹ ਅੱਖਾਂ ਦਿਖਾਉਣ ਵਾਲੀ ਨੀਤੀ ਦੇ ਉੱਤੇ ਜਿਹੜੀ ਹੈਗੀ ਕੇਂਦਰ ਸਰਕਾਰ ਉਤਰੀ ਹੋਈ ਹੈ। ਬੜਾ ਅਫਸੋਸ ਹੈ ਕਿ ਮੋਦੀ ਸਾਹਿਬ ਨੇ ਸਰਕਾਰ ਬਣਾਈ ਸੀ 2014 'ਚ ਆਹ ਕਹਿ ਕੇ ਵੀ ਮੈਂ ਪਾਕਿਸਤਾਨ ਕੋ ਆਂਖ ਦਿਖਾਊਂਗਾ, ਪਰ ਅੱਜ ਮੋਦੀ ਸਾਹਿਬ ਦੀ ਸਰਕਾਰ ਦੇ ਨਿਸ਼ਾਨੇ ਤੇ ਪੰਜਾਬ ਹੈ। ਪਾਕਿਸਤਾਨ ਵਾਲਾ ਪੰਜਾਬ ਨਹੀਂ, ਪੰਜਾਬ ਹਿੰਦੁਸਤਾਨ ਦਾ ਜਿਹੜਾ ਸੋਲਡ ਆਰਮ ਖੜਗ ਭੁਜਾ ਜਿਹੜੀ ਹੈ ਉਹ ਪੰਜਾਬੀ ਤੇ ਖਾਸ ਤੌਰ ਤੇ ਪੰਜਾਬ ਦੇ ਜਿਹੜੇ ਕਿਸਾਨ ਹੈ ਉਹ ਉਹਨਾਂ ਦੇ ਨਿਸ਼ਾਨੇ ਤੇ ਹੈ। ਤਰ੍ਹਾਂ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਬਦਨਾਮ ਕਰਨ ਦੀਆਂ। ਜਿਵੇਂ ਤੁਸੀਂ ਕਿਹਾ ਬੰਧੂਆ ਮਜ਼ਦੂਰ ਦੀ ਗੱਲ ਕੀਤੀ ਹੈ, ਮੈਂ ਕਹਿੰਦਾ ਬੰਧੂਆ ਮਜ਼ਦੂਰ ਤਾਂ ਬਣ ਰਹੇ ਹੈ, ਪਰ ਬੰਧੂਆ ਮਜ਼ਦੂਰ ਮੋਦੀ ਸਾਹਿਬ ਦੀ ਨੀਤੀਆਂ ਕਰਕੇ, ਇਹਨਾਂ ਦੀ ਸਰਕਾਰ ਦੀ ਨੀਤੀਆਂ ਕਰਕੇ ਕਿਸਾਨਾਂ ਨੂੰ ਬੰਧੂਆ ਮਜ਼ਦੂਰ ਬਣਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। ਅਡਾਨੀਆਂ ਦੇ ਮਜ਼ਦੂਰ ਬਣਾ ਕੇ ਛੱਡਣਗੇ ਮੋਦੀ ਸਾਹਿਬ। ਅਦਰਵਾਈਜ਼ ਜਿਹੜੇ BSF ਦਾ ਨਾਂ ਲੈ ਕੇ ਪੰਜਾਬ ਨੂੰ ਬਦਨਾਮ ਕਰ ਰਹੇ ਆ। ਪੰਜਾਬ ਦੇ ਅੰਦਰ ਤਾਂ ਜਿਹੜੇ ਉੱਥੋਂ ਪ੍ਰਵਾਸੀ ਆਉਂਦੇ ਆ ਬਿਹਾਰ ਤੋਂ, UP ਤੋਂ, ਸਾਡੇ ਕਿਸਾਨ ਤਾਂ ਉੱਥੇ ਸਟੇਸ਼ਨਾਂ 'ਤੇ ਖੜ੍ਹੇ ਹੁੰਦੇ ਉਹਨਾਂ ਦਾ ਸਵਾਗਤ ਕਰਨ ਵਾਸਤੇ। ਬਿਜਾਈ ਵਾਲਾ ਟਾਈਮ ਹੈ ਚਾਹੇ ਵਾਢੀ ਹੈ, ਦੋਨੋਂ ਸਮੇਂ ਦੇ ਵਿੱਚ ਉਹਨਾਂ ਨੂੰ ਮਹਿਮਾਨਾਂ ਵਾਂਗੂ ਘਰੇ ਲੈ ਕੇ ਆਉਂਦੇ ਹੈ ਤੇ ਉਹਨਾਂ ਨੂੰ ਵਾਪਸ ਈਵਨ ਮਾੜੇ ਸਮੇਂ ਦੇ ਅੰਦਰ ਕਰੋਨਾ ਦੇ ਸਮੇਂ ਵੀ 15 ਲੱਖ ਪ੍ਰਵਾਸੀ ਭਰਾਵਾਂ ਨੂੰ ਨਾ ਸਿਰਫ ਇੱਥੇ ਲੰਗਰ ਛਕਾਇਆ, ਰਾਸ਼ਨ ਦਿੱਤਾ, ਬੜੇ ਮਾਨ ਸਨਮਾਨ ਨਾਲ ਪੰਜਾਬ ਸਰਕਾਰ ਨੇ ਆਪਣੇ ਖਰਚੇ 'ਤੇ ਵਾਪਸ ਭੇਜਿਆ। ਉਹ ਬਿਹਾਰੀ, ਉਹ UP ਦੇ ਲੋਕ ਜਿਨ੍ਹਾਂ ਨੂੰ ਮੋਦੀ ਸਾਹਿਬ ਨੇ 1200 ਕਿਲੋਮੀਟਰ ਪੈਦਲ ਤੋਰਤਾ, ਜਿਨ੍ਹਾਂ ਨੂੰ ਅੱਜ ਬੰਧੂਆ ਮਜ਼ਦੂਰ ਦੀ ਗੱਲ ਕਰ ਰਹੇ ਆ। ਪੰਜਾਬ ਦੀ ਫਿਤਰਤ ਹੈ ਨਹੀਂ ਸਾਹਿਬ। ਪੰਜਾਬ ਲੋਕਾਂ ਨੂੰ ਇੱਜ਼ਤ ਦਿੰਦਾ ਹੈ ਤੇ ਇੱਜ਼ਤ ਦੇ ਕੇ ਇੱਜ਼ਤ ਕਮਾਉਂਦੇ ਆ ਪੰਜਾਬੀ। ਮੋਦੀ ਸਾਹਿਬ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰਨ। ਤੇ ਜਿੱਥੇ ਤਾਈਂ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਦੀ ਤੁਸੀਂ ਗੱਲ ਕਰ ਰਹੇ ਹੋ, ਇਹਨਾਂ ਨੇ ਦੇਖੋ ਵਾਅਦਾ ਖਿਲਾਫੀ ਫੇਰ ਕਰ ਰਹੀ ਹੈ ਮੋਦੀ ਸਾਹਿਬ ਦੀ ਸਰਕਾਰ। ਵੈਸੇ ਤਾਂ 2014 'ਚੋਂ ਜਦੋਂ ਦੇ ਬਣੀ ਹੈ ਮੋਦੀ ਸਾਹਿਬ ਦੀ ਸਰਕਾਰ ਸਿਰਫ ਵਾਅਦੇ ਤੋੜੇ ਇਹਨਾਂ ਨੇ, ਪਰ ਫਿਰ ਵੀ ਲੋਕ ਅਜੇ ਵੀ ਭੋਲੇ ਹੈ। ਕਿਸਾਨਾਂ ਨੇ ਇਹਨਾਂ ਦੀ ਗੱਲ ਮੰਨ ਨਹੀਂ। ਜਦੋਂ ਕਿਸਾਨਾਂ ਨੂੰ ਵਾਅਦਾ ਕੀਤਾ ਉਸ ਕਮੇਟੀ ਨੇ ਵੀ ਅਸੀਂ ਆਹ ਜਿਹੜਾ ਅਮੈਂਡਮੈਂਟ ਬਿੱਲ ਹੈ ਇਲੈਕਟ੍ਰਿਸਿਟੀ ਵਾਲਾ, ਆਹ ਬਿਜਲੀ ਵਾਲਾ ਬਿੱਲ ਨਹੀਂ ਲੈ ਕੇ ਆਉਂਦੇ। ਅੱਜ ਉਹਨੂੰ ਫੇਰ ਲੈ ਕੇ ਆਉਣ ਦੀ ਤਿਆਰੀ ਹੋ ਰਹੀ ਹੈ। ਕਹਿੰਦੇ ਨੇ ਬਲਦੀ ਦੇ ਅੰਦਰ ਤੇਲ ਘਿਓ ਪਾਉਣ ਵਾਲਾ ਕੋਸ਼ਿਸ਼ ਕਰ ਰਹੀ ਹੈ ਵੀ ਕਿਸਾਨ ਤਾਂ ਪਹਿਲਾਂ ਹੀ ਪੱਕੇ ਬੈਠੇ ਹੈ, ਕਿਸਾਨ ਤਾਂ ਪਹਿਲਾਂ ਹੀ ਬੜੇ ਇੱਕ ਘਾਇਲ ਸ਼ੇਰ ਵਾਂਗੂ ਤੜਪ ਰਹੇ ਹੈ। ਉਹਦੇ ਵਿੱਚ ਆ ਨੂਣ ਛਿੜਕਣ ਵਾਲਾ ਕੰਮ ਮੋਦੀ ਸਾਹਿਬ ਨੇ ਕੀਤਾ ਹੈ। ਮੈਨੂੰ ਲੱਗਦਾ ਆਹ ਵੀ ਇੱਕ ਪ੍ਰਯਾਸ ਹੈ ਪੰਜਾਬ ਨੂੰ, ਕਿਸਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸਬਕ ਸਿਖਾਉਣ ਦਾ ਵੀ ਅਸੀਂ ਤੁਹਾਨੂੰ ਇਹ ਜਿਹਾ ਕਰਕੇ ਛੱਡ ਦਿਆਂਗੇ ਵੀ ਤੁਹਾਡਾ ਹਾਲ ਜਿਹੜਾ ਹੈ ਦੇਖੋ ਤਰਸ ਲੋਕਾਂ ਨੂੰ ਆਊਗਾ। ਕਿਉਂਕਿ
ਅਹੰਕਾਰ ਨਾਲ ਗ੍ਰਸਤ ਹੈ ਮੋਦੀ ਸਾਹਿਬ ਦੀ ਸਰਕਾਰ। ਕਿਉਂਕਿ ਰਾਜਨੀਤਿਕ ਇਹਦਾ ਕੋਈ ਮੈਂ ਨਹੀਂ ਸਮਝਦਾ ਵੀ ਉਹਦੀ ਰਾਜਨੀਤਿਕ ਸੋਚ ਦੇ ਉੱਤੇ ਪੱਥਰ ਰੱਖ ਕੇ ਅਹੰਕਾਰ ਨਾਲ ਚੱਲ ਕੇ ਪ੍ਰੇਰਿਤ ਹੋ ਕੇ ਮੋਦੀ ਸਾਹਿਬ ਨੇ ਇਹ ਕਦਮ ਲਿਆ। ਇਹਦੇ ਉਹੀ ਗੱਲ ਹੈ ਕਿ ਟਾਈਮਿੰਗ ਦੇ ਉੱਤੇ ਬੜੇ ਸਵਾਲ ਉੱਠ ਰਹੇ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਗੱਲਬਾਤ ਮੀਟਿੰਗ ਦੇ ਵਿੱਚ ਹੁੰਦੀ ਹੈਗੀ ਹੈ, ਕੇਂਦਰ ਸਰਕਾਰ ਨੇ ਹਾਲਾਂਕਿ ਜਦੋਂ ਟਰੈਕਟਰ ਪਰੇਡ ਕੱਢਣਾ ਸੀਗਾ ਤਾਂ ਉਸ ਤੋਂ ਪਹਿਲਾਂ ਇਹ ਦੋ ਮੰਗਾਂ ਮੰਨ ਲਿੱਤੀਆਂ ਸੀਗੀਆਂ, ਪਰਾਲੀ ਸੋਧ ਨੂੰ ਲੈ ਕੇ ਤੇ ਬਿਜਲੀ ਸੋਧ ਨੂੰ ਲੈ ਕੇ, ਤੇ ਉਸ ਤੋਂ ਬਾਅਦ ਕਿਸਾਨਾਂ ਤੋਂ ਇਹ ਗੱਲ ਵੀ ਪੁੱਛੀ ਗਈ ਸੀ ਕਿ ਅਸੀਂ ਤੁਹਾਡੀ ਇਹ ਦੋ ਮੰਗਾਂ ਹੁਣ ਮੰਗ ਲਈਆਂ, ਇਹਦੇ ਬਦਲੇ ਦੇ ਵਿੱਚ ਸਾਨੂੰ ਕੀ ਦਿੰਦੇ ਹੋ। ਤਾਂ ਕਿਸਾਨਾਂ ਨੇ ਕਹਿਤਾ ਸੀ ਕਿ ਅਸੀਂ ਟਰੈਕਟਰ ਪਰੇਡ ਆਪਣੀ ਰੱਦ ਕਰ ਦਿੰਦੇ ਹੈਗੇ ਆ, ਉਹ ਮੁਅੱਤਲ ਕਰ ਦਿੰਦੇ ਹੈਗੇ ਆ। ਉਸ ਤੋਂ ਬਾਅਦ ਫਿਰ ਗੱਲਬਾਤ ਨਹੀਂ ਬਣਦੀ, ਹਾਲਾਂਕਿ ਟਰੈਕਟਰ ਪਰੇਡ ਵੀ ਨਿਕਲ ਜਾਂਦੀ ਹੈ। ਹੁਣ ਲੱਗਦਾ ਕਿ ਜਿਵੇਂ ਡੈਡਲੌਕ ਹੀ ਬਣਿਆ ਹੋਇਆ, ਉਸ ਤੋਂ ਬਾਅਦ ਇਹ ਇੱਕ ਤਰੀਕੇ ਦੀ ਜਿਹੜੀ ਨਫ਼ਰਤ ਹੈਗੀ ਆ ਉਹ ਦਿਖਾਈ ਜਾ ਰਹੀ ਹੈਗੀ ਹੈ, ਗੁੱਸਾ ਜਿਹੜਾ ਹੈਗਾ ਉਹ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬਿਜਲੀ ਸੋਧ ਬਿੱਲ ਨੂੰ ਲੈ ਕੇ ਆਉਣ ਦੀ ਗੱਲ ਕਰਨ। ਕਿਸਾਨਾਂ ਨੂੰ ਉਕਸਾਇਆ ਜਾ ਰਿਹਾ। ਮੈਂ ਕਹਿੰਦਾ ਨਾ, ਜਦੋਂ ਕਾਇਲ ਫੱਟੜ ਸ਼ੇਰ ਹੈ, ਫੱਟੜ ਸ਼ੇਰ ਦੇ ਸਾਹਮਣੇ ਇਹਨਾਂ ਦੇ ਜਾ ਕੇ ਜਿਹੜੇ ਇੱਥੇ ਟਟਪੂੰਜੀਆ ਲੀਡਰ ਹੈ ਭੇਜ ਦਿੰਦੇ ਆ, ਜਿਵੇਂ ਬੱਕਰੀ ਬੰਨ੍ਹ ਦਈਦੀ ਹੈ ਜੰਗਲ ਦੇ ਅੰਦਰ ਵੀ ਸ਼ੇਰ ਆਊਗਾ ਤੇ ਉਹਨੂੰ ਅਸੀਂ ਮਾਰ ਲਾਂਗੇ। ਉਸੇ ਤਰ੍ਹਾਂ ਇਸ ਸ਼ੇਰ ਨੂੰ, ਕਾਇਲ ਸ਼ੇਰ ਜਿਹੜਾ ਕਿਸਾਨ ਹੈ, ਉਹਨੂੰ ਉਕਸਾ ਕੇ ਵੀ ਉਹ ਕੋਈ ਕਦਮ ਚੱਕੂਗਾ ਤੇ ਉਹਦੇ ਨਾਲ ਇਹਨੂੰ ਬਦਨਾਮ ਕਰਕੇ ਸਾਰੇ ਜਿਹੜੀ ਮੁਹਿੰਮ ਹੈ, ਸੰਘਰਸ਼ ਹੈ, ਉਹਦੇ ਨੂੰ ਬਦਨਾਮ ਕਰ ਦਿਆਂਗੇ। ਪਰ ਮੈਂ ਇੱਕ ਗੱਲ ਮੋਦੀ ਸਾਹਿਬ ਦੇ ਸਾਹਮਣੇ ਮੈਂ ਗੁਜ਼ਾਰਿਸ਼ ਕਰਨੀ ਚਾਹੂੰਗਾ, ਮੋਦੀ ਸਾਹਿਬ ਆ ਪੰਜਾਬ ਹੈ, ਇੱਥੇ ਦੇ ਲੋਕ ਬੜੇ ਭਾਵੁਕ ਹੈ, ਬੜੇ ਭੋਲੇ ਭਾਲੇ ਹੈ, ਪਰ ਭਾਵੁਕ ਵੀ ਹੈ। ਇਹਨਾਂ ਦੇ ਭਾਈਵਾਲ ਜਿਹੜੇ ਸੀਗੇ ਬੀਜੇਪੀ ਦੇ ਅਕਾਲੀ, ਉਹਨਾਂ ਨੇ ਆ ਭੁਗਤ ਰੱਖਿਆ। ਜਦੋਂ ਬਹਿਬਲ ਕਲਾਂ ਕਾਂਡ ਹੋਇਆ ਸੀ, ਸਿੰਘਾਂ ਦੇ ਉੱਤੇ, ਨਿਹੱਤੇ ਸਿੰਘਾਂ ਤੇ ਗੋਲੀਆਂ ਚਲਵਾ ਕੇ ਸਿੰਘ ਸ਼ਹੀਦ ਕਰਾਏ ਅਕਾਲੀਆਂ ਨੇ। ਬਹਿਬਲ ਕਲਾਂ ਬਰਗਾੜੀ ਦੇ ਅੰਦਰ ਬੇਅਦਬੀ ਹੋਈ ਹੈ ਗੁਰੂ ਮਹਾਰਾਜ ਦੀ। ਉਹਦੇ ਬਾਅਦ 1 ਮਹੀਨੇ ਤਾਈਂ ਅਕਾਲੀ ਲੀਡਰ ਸਾਰੇ ਸਣੇ, ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਹੋਰੀ ਸਾਰੇ 1 ਮਹੀਨੇ ਤਾਈਂ ਨਜ਼ਰਬੰਦ ਸੀਗੇ। ਆਹੀ ਹਾਲ ਹੁਣ ਬੀਜੇਪੀ ਦੇ ਲੀਡਰਾਂ ਦਾ ਹੋਣ ਲੱਗਿਆ। ਮੇਰਾ ਮੰਨਣਾ ਹੈ ਵੀ ਉੱਤੇ ਕੇਂਦਰ ਦੇ ਅੰਦਰ ਬੈਠੇ ਜਿਹੜੇ ਬੀਜੇਪੀ ਦੇ ਵੱਡੇ ਲੀਡਰ ਹੈ, ਉਹ ਇਹਨਾਂ ਦਾ ਬਲੀ ਦਾ ਬੱਕਰਾ ਬਣਾਉਣਾ ਚਾਹੁੰਦੇ ਹੈ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਦਾ। ਮੇਰੀ ਬੇਨਤੀ ਹੈ ਪੰਜਾਬ ਦੇ ਲੀਡਰਸ਼ਿਪ ਨੂੰ, ਪੰਜਾਬ ਦੀ ਅਮਨ ਸ਼ਾਂਤੀ, ਬਹਾਲੀ, ਖੁਸ਼ਹਾਲੀ ਨੂੰ ਸਾਹਮਣੇ ਰੱਖ ਕੇ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਗੁਜ਼ਾਰਿਸ਼ ਕਰਨ ਤੇ ਪੰਜਾਬ ਦੀ ਜਿਹੜੀ ਜ਼ਮੀਨੀ ਪੱਧਰ ਦੀ ਭਾਵਨਾ ਹੈ ਉਹਨੂੰ ਜਾ ਕੇ ਦੱਸਣ, ਇਹ ਕਾਲੇ ਕਾਨੂੰਨ ਵਾਪਸ ਲੈਣ। ਆ ਜਿਹੜੀਆਂ ਇਸ ਕਿਸਮ ਦੀਆਂ ਓਛੀਆਂ ਹਰਕਤਾਂ ਹੋ ਰਹੀਆਂ ਪੰਜਾਬ ਨੂੰ ਸਬਕ ਸਿਖਾਉਣ ਦੀਆਂ। ਦੇਖੋ, ਸਾਡੀ ਅਜੇ ਕਣਕ ਦੀ ਫਸਲ ਆਈ ਖੜੀ ਹੈ, CCL ਲਿਮਿਟ ਅਜੇ ਹੈ ਨਹੀਂ। ਨਵੇਂ ਨੋਰਮਸ ਪਹਿਲਾਂ ਕੱਢਤੇ ਸੀਗੇ ਵੀ ਇੰਨਾ ਅਸੀਂ ਮੋਇਸਚਰ ਲਵਾਂਗੇ, ਇੰਨੀ ਬਰੋਕਨ ਲਵਾਂਗੇ, ਉਹ ਸਾਰੇ ਵਾਪਸ ਲੈਣੇ ਪਏ। RDF ਸਾਡਾ ਅਜੇ ਤਾਈਂ ਨਹੀਂ ਉਹਦੇ 'ਤੇ ਮਸਲਾ ਹੱਲ ਹੋਇਆ, ਨਾ ਅਜੇ ਤਾਈਂ ਸਾਡਾ ਜਿਹੜਾ ਫੂਡ ਸਿਕਿਉਰਿਟੀ ਬਿੱਲ ਦੇ ਜਿਹੜੇ ਪੈਸੇ ਆ ਉਹ ਸਾਨੂੰ ਆਏ। GST ਸਾਡਾ ਬਕਾਇਆ ਪਿਆ। ਆ ਬੰਧੂਆ ਮਜ਼ਦੂਰ ਦੀ ਗੱਲ ਕਰਤੀ, ਫਰਦ ਲੈ ਕੇ ਆਵੇ ਕਿਸਾਨ। ਆ ਹਰਿਆਣੇ 'ਚ ਦੇਖ ਲਓ ਕੀ ਬਣ ਰਿਹਾ, ਉੱਥੇ ਵੀ ਕਿਸਾਨ ਉੱਥੇ ਮੰਡੀਆਂ 'ਚ ਖੜਾ। ਇਹ ਐਗਜ਼ਿਸਟਿੰਗ ਜਿਹੜਾ ਸਿਸਟਮ ਹੈ ਸਭ ਮੰਡੀ ਸਿਸਟਮ, ਉਹਨੂੰ ਬਦਨਾਮ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਮੋਦੀ ਸਾਹਿਬ। ਤਾਂ ਲਾਗੂ ਨਹੀਂ ਕਰ ਸਕੇ ਤਾਂ ਇਸ ਦੇ ਬਦਲੇ ਇਹ ਨਵਾਂ ਫਰਮਾਨ ਜਾਰੀ ਕਰ ਦਿਓ ਤਾਂ ਕਿ ਮੰਡੀਆਂ ਆਪਣੇ ਆਪ ਖਤਮ ਹੋ ਜਾਣ, ਆੜਤੀਏ ਨਾ ਆਉਣ, ਉੱਥੇ ਆੜਤੀਆਂ ਦੇ ਕਿਸਾਨਾਂ ਦੇ ਵਿਚਕਾਰ ਰਿਫਟ ਪੈਦਾ ਹੋ ਜਾਵੇ। ਸਿਰਫ ਰਿਫਟ ਹੀ ਨਾ ਪੈਦਾ ਹੋਵੇ, ਨਾਲ ਇਹਨਾਂ ਨੂੰ ਆਪਣਾ ਰਾਜਨੀਤਿਕ ਮੰਤਵ ਦਿਖ ਰਿਹਾ ਹੈ। ਪੰਜਾਬ ਨੂੰ ਅੱਗ ਲਾ ਕੇ ਆਪਣੀ ਰਾਜਨੀਤਿਕ ਰੋਟੀਆਂ ਸੇਕਣਾ ਚਾਹੁੰਦੀ ਹੈ ਵੀ ਇੱਥੇ ਕਿਸਾਨਾਂ ਦਾ ਜਿਹੜਾ ਗੁੱਸਾ ਹੈ ਲੋਕਲ ਸਰਕਾਰ ਕਨੀ, ਇੱਥੇ ਦੀ ਕਾਂਗਰਸ ਸਰਕਾਰ ਕਨੀ, ਕੈਪਟਨ ਸਾਹਿਬ ਕਨੀ ਹੋਊਗਾ ਵੀ ਜੇ ਪੈਸੇ ਨਾ ਆਉਣਗੇ ਤਾਂ ਕੈਪਟਨ ਸਾਹਿਬ ਫਸਲ ਖਰੀਦਣਗੇ ਕਿੱਥੋਂ, ਉਹਦਾ ਕਰ ਰਹੇ ਹੈ। ਅਤੇ ਆਉਣ ਵਾਲਾ ਸਮਾਂ ਇਸ ਤੋਂ ਵੀ ਮਾੜਾ ਸਾਹਿਬ। ਆਉਣ ਵਾਲੇ ਸਮੇਂ ਦੇ ਅੰਦਰ ਜਦੋਂ ਝੋਨਾ ਦੀ ਫਸਲ ਆ ਗਈ, ਤੁਸੀਂ ਦੇਖੋ ਝੋਨੇ ਦੀ ਜਦੋਂ ਫਸਲ ਆਊਗੀ ਉਹਦੇ ਬਾਅਦ ਅਸੈਂਬਲੀ ਦੇ ਇਲੈਕਸ਼ਨ 2 ਮਹੀਨੇ ਰਹਿ ਜਾਣਗੇ। ਉਦੋਂ ਇਹਨਾਂ ਨੇ, ਮੈਂ ਸਮਝਦਾ ਪੰਜਾਬ ਦੇ ਕਿਸਾਨਾਂ ਦੇ ਅੱਖੋਂ ਲਹੂ ਦੇ ਆਂਸੂ ਟਪਕਾਉਣਗੇ। ਇੱਥੇ ਅਫਰਾ ਤਫਰੀ ਹੋਊਗੀ ਤੇ ਉਹ ਸਾਰਾ ਉਹਦਾ ਅੱਗੇ ਜਿਹੜਾ ਸਿੱਟਾ ਹੈ ਬੀਜੇਪੀ ਲੈਣ ਦਾ ਕੋਸ਼ਿਸ਼ ਕਰੂਗੀ। ਪਰ ਮੈਂ ਸਾਰੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦਾ ਵੀ ਇਹਦੇ ਵਾਸਤੇ ਸਾਰਿਆਂ ਨੂੰ ਜਾਗਰੂਕ ਕਰੀਏ, ਆਪਣੇ ਰਾਜਨੀਤਿਕ ਮਫਾਦ ਇੱਕ ਪਾਸੇ ਰੱਖ ਕੇ ਇਕੱਠੇ ਹੋ ਕੇ ਇਸ ਮਸਲੇ ਦੇ, ਕਿਉਂਕਿ ਮਸਲਾ ਪੰਜਾਬ ਦਾ ਹੈ। ਆ ਜਿਹੜਾ ਹੁਣ ਆ ਬਿਜਲੀ ਵਾਲੇ ਬਿੱਲ ਦੀ ਤੁਸੀਂ ਕਰ ਰਹੇ ਹੋ, ਬਿਜਲੀ ਸੁਧਾਰ ਬਿੱਲ ਨਹੀਂ ਸਾਹਿਬ, ਆ ਬਿਜਲੀ ਵਪਾਰ ਬਿੱਲ ਹੈ। ਇਹਦੇ ਵਿੱਚ ਵੀ ਆ ਲੈ ਕੇ ਆ ਰਹੇ ਹੈ ਵੱਡੀ ਕਾਰਪੋਰੇਟ ਕੰਪਨੀਆਂ ਜਿਹੜੀਆਂ ਡਿਸਟ੍ਰੀਬਿਊਸ਼ਨ ਕਰਨਗੀਆਂ ਤੇ ਪੰਜਾਬ ਦੇ ਅੰਦਰ ਡਿਸਟ੍ਰੀਬਿਊਸ਼ਨ ਵੀ ਵੱਡੀ ਕਰਨਗੀਆਂ ਤੇ ਪ੍ਰੋਡਕਸ਼ਨ ਤਾਂ ਪਹਿਲਾਂ ਹੀ ਸੁਖਬੀਰ ਬਾਦਲ ਜੀ ਦੇ ਹੱਥ ਲੱਗੇ, ਅਕਾਲੀਆਂ ਨੇ ਪਹਿਲਾਂ ਹੀ ਪ੍ਰੋਡਕਸ਼ਨ ਵੱਡੀ ਕੰਪਨੀਆਂ ਨੂੰ ਦੇ ਰੱਖਿਆ, ਉਹ ਲੁੱਟੀ ਜਾਂਦੇ, ਫਿਰ ਅਡਾਨੀ ਸਾਹਿਬ ਵੀ ਆ ਕੇ ਲੁੱਟਣ ਲੱਗ ਜਾਣਗੇ। ਪੰਜਾਬ ਦਾ ਕੀ ਇਸ ਦੇ ਵਿੱਚ ਸਟੈਂਡ ਰਹੂਗਾ, ਕਿਉਂਕਿ ਪੰਜਾਬ ਦੇ ਵਿੱਚ ਵੀ ਬਿਜਲੀ ਦਾ ਮੁੱਦਾ ਇੱਕ ਬੜਾ ਚਰਚਿਤ ਮੁੱਦਾ ਹੈਗਾ। ਪੰਜਾਬ ਦੇ ਵਿੱਚ ਬਿਜਲੀ ਦੇ ਮੁੱਦੇ ਨੂੰ ਲੈ ਕੇ ਸਰਕਾਰ ਤੁਹਾਨੂੰ ਵੀ ਜਿਹੜੇ ਹੈਗੇ ਘੇਰਦੇ ਹੋਏ ਨਜ਼ਰ ਆਉਂਦੇ ਨੇ ਕਿ ਮਹਿੰਗੇ ਬਿੱਲ ਆਉਂਦੇ ਨੇ। ਜੇਕਰ ਸੁਧਾਰਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਕਿਹੋ ਜਿਹਾ ਤੁਹਾਡਾ ਸਟੈਂਡ ਜਿਹੜਾ ਹੈਗਾ ਸਰਕਾਰ? ਕਾਂਗਰਸ ਪਾਰਟੀ ਦਾ ਸਟੈਂਡ ਤਾਂ ਬਿਲਕੁਲ ਸਪਸ਼ਟ ਹੈ, ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਇਸ ਦੀ ਵਿਰੋਧ ਪਹਿਲਾਂ ਵੀ ਕੀਤਾ ਹੈ, ਹੁਣ ਵੀ ਵਿਰੋਧ ਅਸੀਂ ਇਹਦਾ ਕਰਾਂਗੇ। ਪਰ ਆਪਣੀ ਜਿਹੜੀ ਇਹਨਾਂ ਕੋਲ ਪਾਰਲੀਮੈਂਟਰੀ ਜਿਹੜੀ ਲੋਕਾਂ ਦੀ ਤਾਕਤ, ਉਹਨੂੰ ਇਸਤੇਮਾਲ ਮੋਦੀ ਸਾਹਿਬ ਦੀ ਸਰਕਾਰ ਲੋਕਾਂ ਦੇ ਖਿਲਾਫ ਕਰ ਰਹੀ ਹੈ, ਪੰਜਾਬ ਦੇ ਖਿਲਾਫ ਕਰ ਰਹੀ ਹੈ। ਲੋਕਾਂ ਨੂੰ ਜਾਗਰੂਕ ਹੋਣਾ ਪਊਗਾ। ਆਹ ਸੰਘਰਸ਼ ਹੈ, ਲੋਕ ਤਗੜੇ ਹੋਣਗੇ ਜਦੋਂ ਤਾਈਂ
ਆ ਪੰਜਾਬ ਮਾਰੂ ਸਰਕਾਰ ਜਿਹੜੀ ਕੇਂਦਰ 'ਚ ਬੈਠੀ ਹੈ, ਕਿਸਾਨ ਮਾਰੂ ਸਰਕਾਰ, ਗਰੀਬ ਮਾਰੂ ਸਰਕਾਰ ਮੋਦੀ ਸਾਹਿਬ ਦੀ, ਜਦੋਂ ਤਾਈਂ ਨਹੀਂ ਇਹਦਾ ਖਹਿੜਾ ਛੁੱਟਦਾ 2024 ਤੇ ਇਹ ਸੰਘਰਸ਼ ਚਾਲੂ ਰਹਿਣਗੇ। ਲੋਕ ਜਿਹੜੇ ਐ ਇਸ ਗੱਲ ਨੂੰ ਸਮਝਣਗੇ, ਉਹ ਦਿਨ ਇਹਨਾਂ ਨੂੰ ਸ਼ਾਇਦ ਰਾਜਨੀਤਿਕ ਸੂਝ-ਬੂਝ ਆਵੇ। ਅਦਰਵਾਈਜ਼ ਇਸੇ ਤਰ੍ਹਾਂ ਹੀ ਪੰਜਾਬ ਦਾ ਕਿਸਾਨ ਤੇ ਪੰਜਾਬੀ ਜਿਹੜੇ ਹੈ ਉਹ ਉਹਨਾਂ ਦੇ ਟਾਰਗੇਟ ਤੇ। ਜਾਖੜ ਸਾਹਿਬ, ਕੀ ਲੱਗਦਾ ਹੈਗਾ ਕਿ ਕੈਪਟਨ ਸਾਹਿਬ ਨੇ ਐਲਾਨ ਤਾਂ ਕਰ ਦਿੱਤਾ ਹੈ ਕਿ ਜਿਹੜੀ ਇਹ ਹੁਣ ਖਰੀਦ ਹੋਣੀ ਹੈਗੀ ਹੈ, ਇਸ ਚੋਂ ਆੜ੍ਹਤੀਆਂ ਨੂੰ ਬਾਹਰ ਨਹੀਂ ਕੱਢਿਆ ਜਾਊਗਾ, ਪਰ ਅਦਾਇਗੀ ਤਾਂ ਕੇਂਦਰ ਨੇ ਕਰਨੀ ਹੈ। ਕੀ ਲੱਗਦਾ ਕਿ ਉੱਥੇ ਵੀ ਜਿਹੜਾ ਹੈਗਾ ਫਿਰ ਇਹ ਕਿੰਤੂ ਪਰੰਤੂ ਕਰਨਗੇ, ਉੱਥੇ ਵੀ ਕੁਛ ਨਾ ਕੁਛ ਜਿਹੜਾ ਹੈਗਾ ਇਹਨਾਂ ਦੇ ਵੱਲੋਂ ਕੀਤਾ ਜਾਊਗਾ ਤਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਚੀਜ਼ਾਂ ਔਖੀਆਂ? ਬਿਲਕੁਲ ਸਭ ਉਹਨਾਂ ਦੀ ਮਨਸ਼ਾ ਤਾਂ ਕਲੀਅਰ ਹੈ। ਜਿਹੜੇ ਆ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਸਾਰਾ ਕੁਝ ਪੰਜਾਬ ਨੂੰ ਨੀਵਾਂ ਦਿਖਾਉਣ ਵਾਸਤੇ ਕੀਤਾ ਜਾ ਰਿਹਾ, ਕਿਸਾਨ ਨੂੰ ਸਬਕ ਸਿਖਾਉਣ ਵਾਸਤੇ ਕੀਤਾ ਜਾ ਰਿਹਾ। ਪਰ ਮੇਰਾ ਮੰਨਣਾ ਹੈ ਵੀ ਸ਼ਾਇਦ ਅਜੇ, ਕਿਉਂਕਿ ਇਲੈਕਸ਼ਨਾਂ ਦੇ ਵਿੱਚ ਸਮਾਂ ਪਿਆ, 8 ਮਹੀਨੇ ਪਏ ਹੈ, ਸ਼ਾਇਦ ਉਹਦੇ ਕਰਕੇ ਹੋ ਸਕਦਾ ਹੈ ਹੁਣ ਤਾਂ ਸ਼ਾਇਦ ਰਿਲੀਜ਼ ਕਰ ਦੇਣ ਥੋੜ੍ਹੇ ਅਰਸਾ ਪਾ ਕੇ, ਖੱਜਲ ਖੁਆਰ ਕਰਕੇ। ਪਰ ਝੋਨੇ ਵਾਲੇ ਟਾਈਮ ਤਾਂ ਤੁਸੀਂ ਮੇਰੀ ਆਪ ਭਵਿੱਖਬਾਣੀ ਲਿਖ ਲਓ ਇੱਥੇ, ਝੋਨਾ ਜਿਹੜਾ ਹੈ, ਝੋਨਾ ਚੱਕਿਆ ਨਹੀਂ ਜਾਣਾ, ਲੋਕਾਂ ਦੀ ਜੀਰੀ ਚੱਕੀ ਨਹੀਂ ਜਾਣੀ, ਲੋਕ ਸੜਕਾਂ ਤੇ ਹੋਣਗੇ, ਮੰਡੀਆਂ 'ਚ ਬੈਠੇ ਹੋਣਗੇ, ਉਧਰ ਇਲੈਕਸ਼ਨ ਦਾ ਬਿਗਲ ਵੱਜਿਆ ਹੋਊਗਾ। ਅਫਰਾ ਤਫਰੀ ਦੇ ਮਾਹੌਲ ਬੀਜੇਪੀ ਪੈਦਾ ਕਰੂਗੀ। ਇਹਦੇ ਵਾਸਤੇ ਸਾਰਿਆਂ ਨੂੰ ਜਾਗਰੂਕ ਹੋਣਾ ਪਊਗਾ। ਹੁਣ ਕਿਸਾਨ ਆਗੂਆਂ ਦੇ ਵੀ ਰਲਵੇਂ ਮਿਲਵੇਂ ਜਿਹੜੇ ਹੈਗੇ ਨੇ ਉਹ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਨੇ। ਡਾਕਟਰ ਦਰਸ਼ਨਪਾਲ ਕਹਿ ਰਹੇ ਨੇ ਕਿ ਸਿੱਧੀ ਅਦਾਇਗੀ ਹੋਣੀ ਚਾਹੀਦੀ ਹੈ, ਕੁਝ ਕਿਸਾਨ ਕਹਿ ਰਹੇ ਕਿ ਨਹੀਂ ਹੋਣੀ ਚਾਹੀਦੀ। ਲੱਗਦਾ ਕਿ ਆਪਸ 'ਚ ਵੀ ਇਹਨਾਂ ਦੇ ਵੀ ਅੰਦਰ ਜਿਹੜੇ ਹੈਗੇ ਆ ਫਿਰ ਇਹ ਮਨਮੁਟਾਵ ਜਿਹੜੇ ਹੈਗੇ ਆ ਆਪਸ 'ਚ ਬੈਠ ਕੇ ਇਹਨਾਂ ਗੱਲਾਂ ਨੂੰ ਕਿਸਾਨ ਸੁਲਝੇ ਆਪਸ 'ਚ, ਕਿਉਂਕਿ ਇਹ ਕਿਸਾਨਾਂ ਨਾਲ ਜੋ ਵੀ ਸੁਧਾਰ ਜਾਂ ਜੋ ਕੁਝ ਕਰਨਾ, ਬੈਠ ਕੇ ਕਿਸਾਨਾਂ ਨਾਲ ਰਾਏ ਲੈ ਕੇ ਆਲ ਕੰਸਰਨ ਪਾਰਟੀਜ਼, ਜਿਹੜੇ ਆੜ੍ਹਤੀਏ, ਜਿਹੜੇ ਕੱਲ੍ਹ ਤਾਈਂ ਇਹਨਾਂ ਨੂੰ ਵਪਾਰੀ ਭਰਾ ਕਹਿੰਦੇ ਸੀ ਬੀਜੇਪੀ ਵਾਲੇ, ਹੁਣ ਵਿਚੋਲੀਏ ਹੋ ਗਏ, ਇਹਨਾਂ ਨੂੰ ਬਿਠਾਉਣ, ਕਿਸਾਨਾਂ ਨੂੰ ਬਿਠਾਉਣ, ਸਰਕਾਰ ਨੂੰ ਬਿਠਾਉਣ, ਸਰਕਾਰ ਆਪਣਾ ਪੱਖ ਰੱਖੇ, ਕਿਸਾਨ ਆਪਣਾ ਪੱਖ ਰੱਖੇ, ਸਰਕਾਰ ਕੇਂਦਰ ਦੀ ਆਪਣਾ ਪੱਖ ਰੱਖੇ, ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ। ਤੁਗਲਕੀ ਫਰਮਾਨ ਲੋਕਤੰਤਰ ਦੇ ਅੰਦਰ ਨਹੀਂ ਚੱਲ ਸਕਦੇ। ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਚਿੰਤਾ ਤੁਹਾਨੂੰ ਨਜ਼ਰ ਆ ਰਹੀ ਹੈਗੀ ਆ, ਉੱਥੇ ਹੀ ਰੁਲਦੂ ਸਿੰਘ ਮਾਨਸਾ ਨੇ ਵੀ ਅੱਜ ਬਿਆਨ ਦਿੱਤਾ, ਕਿਸਾਨ ਲੀਡਰ ਨੇ, ਕਿਉਂਕਿ ਕੱਲ੍ਹ ਰਕੇਸ਼ ਟਕੈਤ ਦੇ ਉੱਤੇ ਹਮਲਾ ਹੋਇਆ ਹੈ। ਬੀਜੇਪੀ ਦੇ ਲੀਡਰਾਂ ਨੂੰ ਹਾਲਾਂਕਿ ਅਰੈਸਟ ਵੀ ਕਰ ਲਿੱਤਾ ਜਿਨ੍ਹਾਂ ਨੇ ਹਮਲਾ ਕੀਤਾ, ਤੇ ਕਹਿੰਦੇ ਕਿ ਹੁਣ ਇਸ ਦਾ ਮੂੰਹ ਤੋੜਵਾਂ ਅਸੀਂ ਜਵਾਬ ਦੇਵਾਂਗੇ, ਹੁਣ ਇਹ ਨਾ ਸਮਝਣ ਕਿ ਅਸੀਂ ਚੁੱਪ ਹੋ ਜਾਵਾਂਗੇ। ਪੰਜਾਬ 'ਚ ਲੱਗਦਾ ਕਿ ਫਿਰ ਇਸ ਦੇ ਨਾਲ ਟੈਨਸ਼ਨ ਜਿਹੜੀ ਹੈਗੀ ਹੋਰ ਸਭ ਮੈਂ ਦੇਖੋ ਉਹਨਾਂ ਦੀ ਰਾਏ ਹੈ, ਰੁਲਦੂ ਸਿੰਘ ਜੀ ਦੀ ਜਾਂ ਕਿਸੇ ਵੀ ਜਥੇਬੰਦੀ ਦੀ, ਪਰ ਮੇਰਾ ਮੰਨਣਾ ਹੈ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਵਿਵਹਾਰ ਹੈ ਉਹ ਸਿੱਧਾ ਆਪਾਂ ਬੀਜੇਪੀ ਦੇ ਹੱਥਾਂ 'ਚ ਖੇਡਣ ਲੱਗ ਜਾਵਾਂਗੇ। ਬੀਜੇਪੀ ਤਾਂ ਚਾਹ ਰਹੀ ਹੈ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ, ਵੀ ਕੋਈ ਨਾ ਕੋਈ ਬਹਾਨਾ ਮਿਲ ਜੇ, ਇਸ ਸਾਰੇ ਸੰਘਰਸ਼ ਨੂੰ ਜਿਹੜਾ ਸ਼ਾਂਤੀਪੂਰਵਕ ਰਿਹਾ ਇਹਨੂੰ ਬਦਨਾਮ ਕੀਤਾ ਜਾਵੇ। ਜਦੋਂ ਮੈਂ ਪਹਿਲਾਂ ਕਿਹਾ ਵੀ ਇਹ ਜਿਹੜੇ ਲੋਕਲ ਲੀਡਰ ਹੈ ਇਹਨਾਂ ਨੂੰ ਤਾਂ ਬੱਕਰੀ ਬਣਾ ਕੇ ਅੱਗੇ ਛੱਡਿਆ ਸ਼ੇਰ ਦੇ, ਕੇਂਦਰ ਵਾਲਿਆਂ ਨੇ, ਉਹ ਬਦਨਾਮ ਕਰਨ ਵਾਸਤੇ ਕਿਸਾਨਾਂ ਨੂੰ ਉਕਸਾਉਣ ਦਾ ਪ੍ਰਯਾਸ ਕਰ ਰਹੇ। ਧੈਰਯ ਨਾਲ, ਬੜੇ ਸੰਜਮ ਨਾਲ ਆਪਣਾ ਇਸ ਨੂੰ ਰੱਖਣ, ਤਾਂ ਕਿ ਮੈਂ ਸਮਝਦਾ ਵੀ ਬੀਜੇਪੀ ਨੂੰ ਕੋਈ ਮੌਕਾ ਨਾ ਮਿਲੇ। ਲੰਬਾ ਸੰਘਰਸ਼ ਹੈ ਸਾਹਿਬ, ਇਹਦਾ ਕੋਈ ਸੌਖਾ ਰਸਤਾ ਹੈ ਨਹੀਂ, ਇਹਨੂੰ ਧਿਆਨ 'ਚ ਰੱਖ ਕੇ। ਮੇਰਾ ਇੱਕ ਸਵਾਲ ਹੈ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਸੀਗਾ ਅਕਾਲੀ ਦਲ ਦਾ ਬਹਿਬਲ ਕਲਾਂ ਤੇ ਬਰਗਾੜੀ ਵਿੱਚ ਜੋ ਹਾਲ ਹੋਇਆ, ਮਹੀਨਾ ਘਰ ਦੇ ਵਿੱਚ ਨਜ਼ਰਬੰਦ ਰਹੇ ਉਹ, ਐਸਜੀਪੀਸੀ ਦੇ ਵੱਲੋਂ ਜਾਖੜ ਸਾਹਿਬ ਮਤਾ ਪਵਾਇਆ ਗਿਆ, ਆਰਐਸਐਸ ਦੇ ਖਿਲਾਫ ਵੀ ਹੋਇਆ, ਤੇ ਜੋ ਬਹਿਬਲ ਕਲਾਂ ਬਰਗਾੜੀ ਦੇ ਵਿੱਚ ਹੋਇਆ ਉਸ ਦੇ ਖਿਲਾਫ ਇਹਨਾਂ ਨੇ ਮਤਾ ਪਵਾਇਆ ਹੈਗਾ। ਕੀ ਲੱਗਦਾ 2022 ਦੇ ਸੰਦਰਭ ਦੇ ਵਿੱਚ ਇਹ ਵੀ ਮਤੇ ਜਿਹੜੇ ਹੈਗੇ ਪਵਾਉਣੇ ਸ਼ੁਰੂ ਕਰ ਦਿੱਤੇ ਗਏ? ਦੇਖੋ, ਧਾਰਮਿਕ ਸੰਸਥਾ ਹੈ ਐਸਜੀਪੀਸੀ, ਮੈਂ ਉਹਦੇ ਤੇ ਕਿਸੇ ਕਿਸਮ ਦੀ ਟਿੱਪਣੀ ਨਹੀਂ ਕਰਨਾ ਚਾਹੁੰਦਾ, ਪਰੰਤੂ ਜਿਨ੍ਹਾਂ ਦੀ ਜੇਬ 'ਚੋਂ ਐਸਜੀਪੀਸੀ ਦੇ ਪ੍ਰਧਾਨ ਦਾ ਲਿਫਾਫਾ ਨਿਕਲਦਾ ਹੈ, ਉਹਨਾਂ ਦੀ ਨੀਅਤ ਖੋਟੀ ਹੈ ਸਭ। ਉਹ ਲੋਕ ਬੀਜੇਪੀ ਦੀ ਥੈਲੀ ਦੇ ਚੱਟੇ ਬੱਟੇ ਹੈ, ਉਹਨਾਂ ਨੂੰ ਅੱਜ 6 ਸਾਲ ਦੇ ਬਾਅਦ ਬਰਗਾੜੀ ਯਾਦ ਆਇਆ। ਤੇ ਮੈਂ ਤਾਂ ਪੁੱਛਣਾ ਚਾਹੂੰਗਾ ਵੀ ਇਹ ਜਿਹੜੇ ਲੋਕ ਅੱਜ ਫਰਮਾਨ ਕੱਢ ਰਹੇ ਹੈ ਕਿ ਇਹ ਵੀ ਉਸ ਜਦੋਂ ਗੁਪਤ ਮਾਫੀ ਮੰਗ ਕੇ ਆਏ ਅਕਾਲ ਤਖਤ ਸਾਹਿਬ ਸੇ ਨਾਲ ਸੀਗੇ ਕਿ ਬਾਦਲ ਸਾਹਿਬ ਦੇ, ਉਦੋਂ ਕਿਉਂ ਨਹੀਂ ਕਿਹਾ ਵੀ ਅਸੀਂ ਇਸ ਗੱਲ ਦੀ ਮਾਫੀ ਮੰਗਣ ਆਏ ਹਾਂ? ਉਦੋਂ ਤਾਂ ਕਹਿੰਦੇ ਅਸੀਂ ਗੁਪਤ ਮਾਫੀ ਮੰਗ ਕੇ ਆਏ। ਦੇਖੋ, ਇੱਥੇ ਕੋਈ ਮਾਫੀ ਗੁਪਤ ਹੈ ਨਹੀਂ ਸਾਹਿਬ, ਲੋਕਾਂ ਨੇ ਮਨ ਬਣਾ ਰੱਖਿਆ, ਲੋਕਾਂ ਨੇ ਗੁਰੂ ਮਹਾਰਾਜ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ, ਜਿਨ੍ਹਾਂ ਨੇ ਨਿਹੱਥੇ ਸਿੰਘ ਮਰਵਾਏ ਹੈ, ਜਿਹੜੇ ਜਨਰਲ ਡਾਇਰ ਹੈ, ਉਹਨਾਂ ਨੂੰ ਬਖਸ਼ਦੇ ਨਹੀਂ ਸਾਹਿਬ। 6 ਸਾਲ ਤਾਂ ਕੁਝ ਵੀ ਸਮਾਂ ਨਹੀਂ, ਲੋਕ ਤਾਂ ਅਜੇ 40 ਸਾਲ 35 ਸਾਲ ਪੁਰਾਣੇ ਜ਼ਖਮ ਵੀ ਲਈ ਫਿਰਦੇ, ਇਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਸਾਹਿਬ। ਇਹ ਕੋਈ ਵੀ ਹੁਣ ਤਰਲੇ ਕਰ ਲੈਣ, ਦੋਨੋਂ ਨੂੰਹ ਤੇ ਮਾਸ ਜਿਨ੍ਹਾਂ ਨੂੰ ਕਹਿੰਦੇ ਆ ਨਾ, ਕੱਲ੍ਹ ਤਾਈਂ ਜਿਹੜੇ ਸੀਗੇ, ਦੋਨੋਂ ਪਾਰਟੀਆਂ ਧਰਮ ਦੇ ਨਾਮ ਦੇ ਉੱਤੇ ਧਰਮ ਨੂੰ ਵੇਚ ਕੇ, ਧਰਮ ਨੂੰ ਇਸਤੇਮਾਲ ਕਰਕੇ ਆਪਣੀ ਰਾਜਨੀਤਿਕ ਰੋਟੀਆਂ ਸੇਕਦੀਆਂ। ਬਾਦਲ ਬੜੇ ਐਕਟਿਵ ਮੋਰਚੇ, ਉਮੀਦਵਾਰ ਬੜੇ ਐਲਾਨ ਨੇ, ਉਮੀਦਵਾਰ ਤਾਂ 117 ਸ਼ਾਇਦ ਕਰ ਲੈਣਗੇ, ਪਰ ਵੋਟਾਂ ਵੀ ਸ਼ਾਇਦ ਇੰਨੀਆਂ ਹੀ ਨਿਕਲਣ, 117 ਹੀ ਨਿਕਲਣ, ਕਿਉਂਕਿ ਲੋਕਾਂ ਨੇ ਅੱਜ ਤਾਈਂ ਮਾਫ ਕੀਤਾ ਨਹੀਂ। ਗੁਪਤ ਮਾਫੀ ਨਾਲ ਗੱਲ ਨਹੀਂ ਬਣਦੀ, ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਪਊਗੀ। ਬਹਿਬਲ ਕਲਾਂ ਕਾਂਡ ਦੀ ਮੰਗਣੀ ਪਊਗੀ, ਬਰਗਾੜੀ ਦੀ ਮੰਗਣੀ ਪਊਗੀ, ਜੋ ਸੌਦੇ ਸਾਧ ਨਾਲ ਜਿਹੜੀਆਂ ਸਾਂਠ-ਗਾਂਠ ਕੀਤੀਆਂ, ਧਰਮ ਦੇ ਵੇਚਿਆ, ਧਰਮ ਦੀ ਪਿੱਠ 'ਚ ਛੁਰਾ ਮਾਰਿਆ, ਕਿਸਾਨੀ ਦੀ ਪਿੱਠ 'ਚ ਛੁਰਾ ਮਾਰਿਆ, ਹੁਣ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ, ਇਹਨਾਂ ਸਾਰੀਆਂ ਗੱਲਾਂ ਦਾ ਇਹ ਕਹਿੰਦੇ ਆ ਨਾ,
ਜਵਾਬ ਮੰਗਤਾ ਹੈ ਪੰਜਾਬ, ਮੰਗਦਾ ਹੈ ਪੰਜਾਬ ਹੈ, ਪੰਜਾਬ ਮੰਗਦਾ ਜਵਾਬ, ਪੰਜਾਬ ਮੰਗਦਾ ਹਿਸਾਬ। ਸੁਖਬੀਰ ਜੀ, ਪੰਜਾਬ ਮੰਗਦਾ ਹਿਸਾਬ ਦੇਣਾ ਪਊਗਾ, ਆ ਫਿਰ ਉਹਦੇ ਬਾਅਦ ਬਸ ਫੈਸਲੇ ਹੋਣਗੇ। ਤਾਂ ਸੁਨੀਲ ਕੁਮਾਰ ਜਾਖੜ ਹਾਲਾਂਕਿ ਗੱਲ ਕਹਿ ਰਹੇ ਨੇ ਕਿ ਅਕਾਲੀ ਦਲ ਜਿਸ ਤਰੀਕੇ ਨਾਲ ਰੈਲੀਆਂ ਕਰ ਰਿਹਾ ਹੈ ਤਾਂ ਪੰਜਾਬ ਮੰਗਦਾ ਜਵਾਬ ਨਹੀਂ ਬਲਕਿ ਪੰਜਾਬ ਮੰਗਦਾ ਹਿਸਾਬ ਜਿਹੜਾ ਹੈਗਾ ਉਹਨਾਂ ਨੂੰ ਦੇਣਾ ਪਊਗਾ। ਤੇ ਉੱਥੇ ਹੀ ਕੇਂਦਰ ਦੀ ਸਰਕਾਰ ਦੇ ਵੱਲੋਂ ਜੋ ਇਹ ਫਰਮਾਨ ਜਾਰੀ ਹੋ ਰਹੇ ਨੇ ਉਸ ਦੇ ਉੱਤੇ ਕਿਸਾਨਾਂ ਨੂੰ ਤੇ ਲੋਕਾਂ ਨੂੰ ਵੀ ਸੋਚ ਸਮਝ ਕੇ ਕੰਮ ਕਰਨ ਦੀ ਲੋੜ ਹੈ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ TV ਪੰਜਾਬ ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟਸਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।